गुड डे एवरीवन। मैं अमनदीप कौर कैमिस्ट्री लैक्चरार गौरमेंट गर्ल्स सीनियर सैकेंडरी स्कूल भदौड़ ज़िला बरनाला तो अज ये PPT ਦੇ आधार ਤੇ एक ਪ੍ਰੈਜੈਂਟੇਸ਼ਨ ਦੇ ਰਹੀ ਹਾਂ ਜੋ ਕਿ 11ਵੀਂ ਕਲਾਸ ਦੇ ਕੈਮਿਸਟਰੀ ਸਬਜੈਕਟ ਦੇ ਯੂਨਿਟ 4th ਦੀ ਬਣੀ ਹੋਈ ਹੈ। ਮੇਰਾ ਟੌਪਿਕ ਯੂਨਿਟ 4th ਦੇ ਕੈਮੀਕਲ ਬੌਂਡਿੰਗ ਐਂਡ ਮੋਲੀਕੂਲਰ ਸਟਰਕਚਰ ਦੇ ਵਿੱਚੋਂ ਲਿਆ ਗਿਆ ਹੈ। ਟੌਪਿਕ ਦਾ ਨਾਮ ਹੈ ਹਾਈਬ੍ਰਿਡਾਈਜੇਸ਼ਨ ਕਨਸੈਪਟ ਐਂਡ ਇਟਸ ਟਾਈਪਸ। ਹਾਈਬ੍ਰਿਡਾਈਜੇਸ਼ਨ ਦੇ ਬਾਰੇ ਇਸ ਲੈਕਚਰ ਦੇ ਵਿੱਚ ਆਪਾਂ ਐਕਸਪਲੇਨੇਸ਼ਨ ਦੇਵਾਂਗੇ, ਐਕਸਪਲੇਨ ਕਰਾਂਗੇ ਵੀ ਕਿਸ ਤਰ੍ਹਾਂ ਹਾਈਬ੍ਰਿਡਾਈਜੇਸ਼ਨ ਹੁੰਦੀ ਹੈ ਅਤੇ ਕਿਹੜੀਆਂ ਇਹਦੀਆਂ ਟਾਈਪਸ ਨੇ। ਸੋ ਲੈਟਸ ਸਟਾਰਟ। ਤਾਂ ਸਭ ਤੋਂ ਪਹਿਲਾਂ ਆਪਾਂ ਹਾਈਬ੍ਰਿਡਾਈਜੇਸ਼ਨ ਦੇ ਬਾਰੇ ਸਟੱਡੀ ਕਰਦੇ ਹਾਂ। ਕੀ ਹੁੰਦੀ ਹੈ ਹਾਈਬ੍ਰਿਡਾਈਜੇਸ਼ਨ? The atomic orbitals combine to form new set of orbitals of equivalent energy known as hybrid orbitals। ਜਿਹੜੇ ਅਟੋਮਿਕ ऑर्बिटल्स ਹੁੰਦੇ ਨੇ ਉਹ ਆਪਸ ਦੇ ਵਿੱਚ ਕੰਬਾਈਨ ਕਰਕੇ ਇੱਕ ਇਕੁਇਵਲੈਂਟ ऑर्बिटल्स ਦਾ ਨਵਾਂ ਸੈੱਟ ਜਿਹੜਾ ਹੈਗਾ ਉਹ ਦਿੰਦੇ ਆ। ਤਾਂ ਉਹ ਜਿਹੜਾ ਨਵੇਂ ऑर्बिटल्स ਬਣਦੇ ਨੇ ਉਹਨਾਂ ਨੂੰ ਆਪਾਂ ਹਾਈਬ੍ਰਿਡ ऑर्बिटल्स ਬੋਲਦੇ ਹਾਂ। ਇਨਸਟੈਡ ਆਫ ਪਿਓਰ ਅਟੋਮਿਕ ऑर्बिटल्स these hybrid orbitals are used in the bond formation। this process is known as hybridization। ਜਦੋਂ ਅਟੋਮਿਕ ऑर्बिटल्स ਜਿਹੜੇ ਹੈਗੇ ਨੇ ਉਹ ਕੰਬਾਈਨ ਕਰਦੇ ਆ ਤਾਂ ਉਹ ਕੰਬਾਈਨ ਅਟੋਮਿਕ ऑर्बिटल्स ਕੰਬਾਈਨ ਨਹੀਂ ਕਰਦੇ, ਉਹਨਾਂ ਦੀ ਜਗ੍ਹਾ 'ਤੇ ਹਾਈਬ੍ਰਿਡ ऑर्बिटल्स ਕੰਬਾਈਨ ਕਰਦੇ ਨੇ ਬੌਂਡ ਫਾਰਮੇਸ਼ਨ ਦੇ ਲਈ। ਤਾਂ ਇਹ ਜਿਹੜਾ ਪ੍ਰੋਸੈਸ ਹੈ ਇਹਨੂੰ ਆਪਾਂ ਹਾਈਬ੍ਰਿਡਾਈਜੇਸ਼ਨ ਬੋਲਦੇ ਹਾਂ। ਤਾਂ ਇਹਦੇ ਆਧਾਰ 'ਤੇ ਹੀ ਫਿਰ ਇਹਦੀ ਡੈਫੀਨੇਸ਼ਨ ਦਿੱਤੀ ਗਈ ਹੈ। ਦ ਪ੍ਰੋਸੈਸ ਆਫ ਇੰਟਰਮਿਕਸਿੰਗ ਆਫ ऑर्बिटल्स ਆਫ ਸਲਾਈਟਲੀ ਡਿਫਰੈਂਟ ਐਨਰਜੀਜ਼ so as to redistribute their energies resulting in the formation of new set of orbitals of equivalent energies and shapes। ਤਾਂ ਯਾਨੀ ਕਿ ਜਿਹੜੇ ਆਪਣੇ ਬਹੁਤ ਘੱਟ ਐਨਰਜੀ ਡਿਫਰੈਂਸ ਵਾਲੇ ऑर्बिटल्स ਹੁੰਦੇ ਨੇ ਅਟੋਮਿਕ ऑर्बिटल्स ਹੁੰਦੇ ਨੇ ਉਹ ਆਪਸ ਦੇ ਵਿੱਚ ਇੰਟਰਮਿਕਸ ਹੋ ਜਾਂਦੇ ਨੇ ਅਤੇ ਉਹਨਾਂ ਦੀਆਂ ਐਨਰਜੀਜ਼ ਰੀਡਿਸਟਰੀਬਿਊਟ ਹੋ ਜਾਂਦੀਆਂ ਨੇ, ਬਰਾਬਰ ਵੰਡੀਆਂ ਜਾਂਦੀਆਂ ਤਾਂ ਕਿ ਜਿਹੜੇ ਆਪਾਂ ਨੂੰ ਨਵੇਂ ਸੈੱਟ ਆਫ ऑर्बिटल्स ਮਿਲਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਕੁਇਵਲੈਂਟ ਐਨਰਜੀ ਯਾਨੀ ਕਿ ਇੱਕੋ ਜਿਹੀ ਐਨਰਜੀ ਅਤੇ ਉਹਨਾਂ ਸਾਰਿਆਂ ਦੀ ਸ਼ੇਪ ਵੀ ਇੱਕੋ ਜਿਹੀ ਹੁੰਦੀ ਹੈ। ਦ ਨਿਊ ऑर्बिटल ਫੋਰਮਸ ਐਜ਼ ਅ ਰਿਜ਼ਲਟ ਆਫ ਹਾਈਬ੍ਰਿਡਾਈਜੇਸ਼ਨ ਆਰ ਕੋਲਡ ਹਾਈਬ੍ਰਿਡ ऑर्बिटल्स। ਜਿਹੜੇ ਨਵੇਂ ऑर्बिटल्स ਬਣਦੇ ਆ ਉਹਨਾਂ ਨੂੰ ਆਪਾਂ ਹਾਈਬ੍ਰਿਡ ऑर्बिटल्स ਬੋਲਦੇ ਹਾਂ। ਜਿਹੜੇ ਅਟੋਮਿਕ ऑर्बिटल्स ਨੇ ਆਪਸ ਦੇ ਵਿੱਚ ਮਿਕਸ ਹੁੰਦੇ ਨੇ ਉਹਨਾਂ ਦੀ ਜਿਹੜੀ ਐਨਰਜੀ ਹੈ ਉਹ ਐਨਰਜੀ ਡਿਫਰੈਂਸ ਘੱਟ ਹੋਣਾ ਚਾਹੀਦਾ। ਜਿਵੇਂ SP ਐਂਡ D ऑर्बिटल्स ਆਪਸ ਦੇ ਵਿੱਚ ਜਦੋਂ ਕੰਬਾਈਨ ਕਰਦੇ ਆ, S ਅਤੇ P ऑर्बिटल्स ਆਪਸ 'ਚ ਕੰਬਾਈਨ ਕਰਦੇ ਆ ਤਾਂ ਉਹਨਾਂ ਦੀ ਐਨਰਜੀ ਬਹੁਤ ਘੱਟ ਡਿਫਰੈਂਸ ਐਨਰਜੀ ਘੱਟ ਹੁੰਦਾ ਤਾਂ ਉਹ ਈਜ਼ੀਲੀ ਇੱਕ ਦੂਸਰੇ ਨਾਲ ਕੰਬਾਈਨ ਕਰਦੇ ਆ। ਅਤੇ ਜਿਹੜੇ ਨਵੇਂ ਸੈੱਟ ਆਫ ਆਪਣੇ ऑर्बिटल्स ਬਣਨਗੇ ਦੈਟ ਮੀਨਸ ਹਾਈਬ੍ਰਿਡ ऑर्बिटल्स ਜਿਹੜੇ ਹੋਣਗੇ ਉਹਨਾਂ ਦੀ ਐਨਰਜੀ ਸਾਰਿਆਂ ਦੀ ਸੇਮ ਹੋਏਗੀ। ਨੈਕਸਟ ਆਪਣੇ ਕੋਲ ਹੈਗਾ ਕੰਡੀਸ਼ਨਸ ਫॉर ਹਾਈਬ੍ਰਿਡਾਈਜੇਸ਼ਨ। ਹਾਈਬ੍ਰਿਡਾਈਜੇਸ਼ਨ ਦੇ ਲਈ ਕਿਹੜੀਆਂ ਕੰਡੀਸ਼ਨਸ ਨੇ? ਤਾਂ ਆਪਣੇ ਕੋਲ 3 ਮੇਨ ਕੰਡੀਸ਼ਨਸ ਦਿੱਤੀਆਂ ਹੋਈਆਂ ਨੇ ਹਾਈਬ੍ਰਿਡਾਈਜੇਸ਼ਨ ਦੀਆਂ। ਦੇਖੋ ਕੀ ਨੇ। ਓਨਲੀ the orbital present in the valence shell of the atom are hybridized। ਸਿਰਫ ਵੇਲੈਂਸ ਸ਼ੈੱਲ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਹੁੰਦੇ ਨੇ, ਵੇਲੈਂਸ ਸ਼ੈੱਲ ਹੁੰਦੇ ਨੇ ਜਿਹੜੇ ਐਟਮ ਦੇ ਵਿੱਚ ਉਹ ਵਾਲੇ ऑर्बिटल ਹੀ ਜਿਹੜੇ ਨੇ ਹਾਈਬ੍ਰਿਡਾਈਜ਼ਡ ਹੁੰਦੇ ਨੇ। ਯਾਨੀ ਕਿ ਸਭ ਤੋਂ ਬਾਹਰਲੇ ਸ਼ੈੱਲ ਦੇ ऑर्बिटल्स ਹੀ ਹਾਈਬ੍ਰਿਡਾਈਜ਼ ਹੋਣਗੇ, ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪਾਰਟੀਸਪੇਟ ਕਰਨਗੇ। ਓਨਲੀ ऑर्बिटल्स ਹੈਵਿੰਗ ਸਲਾਈਟਲੀ ਡਿਫਰੈਂਟ ਐਨਰਜੀਜ਼ ਕੈਨ ਅੰਡਰਗੋ ਹਾਈਬ੍ਰਿਡਾਈਜੇਸ਼ਨ। ਸਿਰਫ ਉਹੀ ਅਟੋਮਿਕ ऑर्बिटल्स ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪਾਰਟੀਸਪੇਟ ਕਰਦੇ ਆ ਜਿਨ੍ਹਾਂ ਦੀਆਂ ਐਨਰਜੀ ਡਿਫਰੈਂਸ ਬਹੁਤ ਘੱਟ ਹੁੰਦਾ। ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ S ਅਤੇ P ऑर्बिटल ਜਾਂ D ऑर्बिटल ਇਹਨਾਂ ਦੀਆਂ ਐਨਰਜੀਜ਼ ਜਿਹੜੀਆਂ ਹੈਗੀਆਂ ਨੇ ਘੱਟ ਹੁੰਦੀਆਂ ਨੇ, ਇੱਕ ਦੂਸਰੇ ਦੇ ਐਨਰਜੀ ਡਿਫਰੈਂਸ ਘੱਟ ਹੁੰਦਾ ਇਹਨਾਂ ਦਾ ਆਪਸ ਦੇ ਵਿੱਚ। ਇਟ ਇਜ਼ ਨਾਟ ਐਸੈਂਸ਼ੀਅਲ ਦੈਟ ਓਨਲੀ ਹਾਫ ਫਿਲਡ ऑर्बिटल्स ਪਾਰਟੀਸਪੇਟ ਇਨ ਦਾ ਹਾਈਬ੍ਰਿਡਾਈਜੇਸ਼ਨ। ਇਨ ਸਮ ਕੇਸਿਸ ਫਿਲਡ ऑर्बिटल्स ਆਲਸੋ ਪਾਰਟੀਸਪੇਟ। ਜ਼ਰੂਰੀ ਨਹੀਂ ਹੈ ਜਿਹੜੇ ਵੇਲੈਂਸ ਸ਼ੈੱਲ ਦੇ ਵਿੱਚ ऑर्बिटल्स ਨੇ ਜਿਹੜੇ ਹਾਫ ਫਿਲਡ ਨੇ ਸਿਰਫ ਉਹੀ ਪਾਰਟੀਸਪੇਸ਼ਨ ਕਰਨਗੇ ਹਾਈਬ੍ਰਿਡਾਈਜੇਸ਼ਨ ਦੇ ਵਿੱਚ। ਕਈ ਵਾਰ ਫਿਲਡ ऑर्बिटल्स ਵੀ ਪਾਰਟੀਸਪੇਟ ਕਰਦੇ ਆ।
ਉਹ ਜਿਹੜੇ ऑर्बिटल्स ਹੁੰਦੇ ਨੇ ਉਹ ਐਜ਼ ਅ ਲੋਨ ਪੇਅਰ ਜਿਹੜੇ ਹੈਗੇ ਆ ਉਹ ਪ੍ਰੈਜ਼ੈਂਟ ਹੁੰਦੇ ਨੇ ਸੈਂਟਰਲ ਮੈਟਲ ਐਟਮ ਦੇ ਉੱਤੇ। ਤਾਂ ਇਹ 3 ਮੇਨ ਕੰਡੀਸ਼ਨ ਸੀਗੀਆਂ ਹਾਈਬ੍ਰਿਡਾਈਜੇਸ਼ਨ ਦੀਆਂ ਆਪਣੀਆਂ। फोर्थ अपने को एक दिती हुई है, प्रमोशन ऑफ इलैक्ट्रॉन इज़ नॉट असैंशियल कंडीशन प्रायर टू हाइब्रिडाइजेशन। मतलब हर वारी ये ज़रूरी नहीं है भी जिहड़ी अपनी ग्राउंड स्टेट ते उस तो बाद एक्साइटेड स्टेट दे विच कोई इलैक्ट्रॉन जंप करे किसी फील्ड तो वेकेंट ऑर्बिटल दे विच। कई वारी बिना जिहड़ी एक्साइटेड स्टेट दे भी हाइब्रिडाइजेशन हो जाती है। मैक्सिमम जिहड़े आपां स्टडी करांगे उन्हां दे विच ग्राउंड स्टेट तो एक्साइटेड स्टेट दे विच इलैक्ट्रॉन शिफ्ट हुंदा, बट कई केसिस दे विच ये शिफ्टिंग की लोड़ नहीं हुंदी। तो ये कोई असैंशियल कंडीशन नहीं हैगी भी इलैक्ट्रॉन आपां ग्राउंड स्टेट तो एक्साइटेड स्टेट दे विच जिहड़ा हैगा वो शिफ्ट करना ही करना है। नैक्सट अपने को हैगा करैक्टरिस्टिक्स ऑफ हाइब्रिडाइजेशन। हाइब्रिडाइजेशन दियां करैक्टरिस्टिक्स किहड़ियां-किहड़ियां खासियत ने हाइब्रिडाइजेशन दियां। तो सब तो पहला आपां नूं दित्ती हुई है द नंबर ऑफ हाइब्रिडाइज्ड ऑर्बिटल्स फॉर्म्ड इज़ इक्वल टू द नंबर ऑफ ऑर्बिटल्स दैट गैट हाइब्रिडाइज्ड। मतलब जिन्ने ऑर्बिट अटोमिक ऑर्बिटल्स कंबाइन करनगे हाइब्रिडाइजेशन दे विच पार्टिसिपेट करनगे उन्ने ही हाइब्रिड ऑर्बिटल्स आपां नूं मिलणगे। मान लो एक एस ते एक पी ऑर्बिटल हाइब्रिडाइजेशन दे विच पार्टिसिपेट कर रहा, तो आपां नूं 2 हाइब्रिडाइज्ड ऑर्बिटल या 2 हाइब्रिड ऑर्बिटल्स आपां नूं मिलणगे। इसे तरह जे एक एस ते 2 पी ऑर्बिटल आपस दे विच कंबाइन करने हाइब्रिडाइजेशन दे विच पार्टिसिपेट कर रहे ने, तो आपां नूं 3 ऑर्बिटल्स मिलणगे हाइब्रिड ऑर्बिटल्स। इसे तरह जे एक एस ते 3 पी ऑर्बिटल हाइब्रिडाइजेशन दे विच पार्टिसिपेट कर रहे ने, तो आपां नूं 4 हाइब्रिड ऑर्बिटल मिलणगे। तो जिन्ने ऑर्बिटल हाइब्रिडाइजेशन दे विच पार्टिसिपेट करनगे उन्ने ही आपां नूं हाइब्रिड ऑर्बिटल मिलणगे। द हाइब्रिडाइज्ड ऑर्बिटल्स आर ऑलवेज इक्विवेलेंट इन एनर्जी एंड शेप। जिहड़े हाइब्रिडाइज्ड ऑर्बिटल्स ने जिहड़े आपां नूं हाइब्रिडाइजेशन तो बाद ऑर्बिटल्स मिलणगे, हाइब्रिड ऑर्बिटल जिहड़े आपां नूं मिलणगे उन्हां सारियां दी एनर्जी भी सेम होएगी ते उन्हां सारियां दी शेप भी सेम होएगी। द हाइब्रिड ऑर्बिटल्स आर मोर इफैक्टिव इन फॉर्मिंग स्टेबल बॉन्ड्स। जिहड़े हाइब्रिड ऑर्बिटल्स ने वो स्टेबल बॉन्ड्स बनाउंदे ने क्योंकि उन्हां सारियां दी शेप इक्को जिही हो जाती है, तो वो ईजीली एक दूसरे दे नाल बॉन्ड बना सकते हैं। जदों ऑर्बिटल हाइब्रिड नहीं होंदे अटोमिक ऑर्बिटल होंदे ने तो उन्हां दी शेप डिफरेंट होंदियां ने। जिवें एस ऑर्बिटल राउंड शेप्ड हुंदा अपने कोले, जिहड़े अपने कोले पी ऑर्बिटल्स होंदे ने वो एक्सिस दे अराउंड जिहड़े हैगे उन्हां दी लूप्स जिहड़ियां हैगियां ने वो हुंदियां ने, तो उन्हां दी शेप डिफरेंट हुंदियां ने। बट जदों ये अपने हाइब्रिडाइजेशन दे विच पार्टिसिपेट करते हैं उस तो बाद जिहड़े हाइब्रिड ऑर्बिटल्स आपां नूं मिलणगे क्योंकि वो सेम एनर्जी ते सेम शेप वाले हुंदे ने, इसलिए इन्हां दी जिहड़ी बॉन्ड फॉर्मेशन होएगी दैट विल बी मोर स्टेबल। Hybrid orbitals are directed in space in some preferred directions to have a stable arrangement. Thus, type of hybridization indicates the geometry of molecule. ਤਾਂ ਜਿਹੜੇ ਹਾਈਬ੍ਰਿਡ ऑर्बिटल्स ने या हाइब्रिडाइज्ड ऑर्बिटल्स ने जद उन्हां दी जिहड़ी हैगी आ शेप स्पैसीफिक बन जाती है, वो एक स्पैसीफिक डायरैक्शन दे विच ओरीएंट हुंदे ने जिहदे करके ਉਹ ਆਪਾਂ ਨੂੰ ਸਪੈਸ਼ਲ ਜਿਹੜੀ ਹੈਗੀ ਸਟੇਬਲ ਅਰੇਂਜਮੈਂਟ ਦੇ ਲਈ ਜਦੋਂ ਪ੍ਰੈਫਰ ਡਾਇਰੈਕਸ਼ਨ ਦੇ ਵਿੱਚ ਉਹ ਕਰਦੇ ਆ ਓਰੀਐਂਟ ਤਾਂ ਆਪਾਂ ਨੂੰ ਇੱਕ ਸਪੈਸੀਫਿਕ ਜਿਓਮੈਟਰੀ ਮਿਲਦੀ ਹੈ। ਤਾਂ ਹਰੇਕ ਹਾਈਬ੍ਰਿਡਾਈਜੇਸ਼ਨ ਦੇ ਨਾਲ ਰਿਲੇਟਡ ਇੱਕ ਸਪੈਸੀਫਿਕ ਜਿਓਮੈਟਰੀ ਹੁੰਦੀ ਹੈ। ਇਹ ਆਪਾਂ ਅੱਗੇ ਸਟੱਡੀ ਕਰਾਂਗੇ। ਜਿਵੇਂ SP ਹਾਈਬ੍ਰਿਡਾਈਜੇਸ਼ਨ ਦੇ ਲਈ ਲੀਨੀਅਰ ਸ਼ੇਪ ਬਣਦੀ ਹੈ, SP2 ਹਾਈਬ੍ਰਿਡਾਈਜੇਸ਼ਨ ਦੇ ट्राइगनल प्लेनर स्ट्रेट जिहड़ी हैगी अपने कोले जियोमैट्री बनती है। इस तरह SP3 हाइब्रिडाइजेशन के लिए अपने कोले टैट्राहेड्रल जियोमैट्री बनती है। तो इस तरह एक स्पैसीफिक हाइब्रिडाइजेशन आपां नूं स्पैसीफिक शेप दिंदी है मॉलीक्यूल की। नैक्सट अपने कोले हैगियां टाइप्स ऑफ हाइब्रिडाइजेशन। हुण हाइब्रिडाइजेशन दियां टाइप्स जिहड़ियां हैगियां ने वो बहुत तरह दियां हो सकदियां हन डिपेंडिंग अपॉन द ऑर्बिटल्स दैट आर पार्टिसिपेटिंग इन द हाइब्रिडाइजेशन। S ऑर्बिटल, P ऑर्बिटल,
डी ऑर्बिटल या एफ ऑर्बिटल जो भी हाइब्रिडाइजेशन ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਉਹਨਾਂ ਦੇ ਅਕੋਰਡਿੰਗ ਇਹਨਾਂ ਦੇ ਅਲੱਗ-ਅਲੱਗ ਟਾਈਪਸ ਹੁੰਦੀਆਂ ਨੇ ਹਾਈਬ੍ਰਿਡਾਈਜੇਸ਼ਨ ਦੀਆਂ। ਜਿਹੜੀਆਂ ਇਸ ਟੌਪਿਕ ਦੇ ਵਿੱਚ ਆਪਾਂ ਸਟੱਡੀ ਕਰਾਂਗੇ ਉਹ ਮੇਨਲੀ ਆਪਾਂ ਐਸ ਤੇ ਪੀ ਆਰਬਿਟਲ ਦੀ ਹਾਈਬ੍ਰਿਡਾਈਜੇਸ਼ਨ ਦੇ ਨਾਲ ਰਿਲੇਟਡ ਹੋਣਗੀਆਂ। ਇਸ ਲਈ ਜੇ ਆਪਾਂ ਐਸ ਤੇ ਪੀ ਆਰਬਿਟਲ ਨੂੰ ਲੈਂਦੇ ਹਾਂ ਤਾਂ ਇਹਦੇ ਲਈ ਆਪਣੇ ਕੋਲੇ ਮੇਨਲੀ 3 ਟਾਈਪ ਦੀਆਂ ਹਾਈਬ੍ਰਿਡਾਈਜੇਸ਼ਨਸ ਹੁੰਦੀਆਂ ਨੇ, ਐਸ ਪੀ ਹਾਈਬ੍ਰਿਡਾਈਜੇਸ਼ਨ, sp2 ਹਾਈਬ੍ਰਿਡਾਈਜੇਸ਼ਨ ਐਂਡ sp3 ਹਾਈਬ੍ਰਿਡਾਈਜੇਸ਼ਨ। ਹੁਣ ਆਪਾਂ ਇਹਨਾਂ ਤਿੰਨੇ ਹਾਈਬ੍ਰਿਡਾਈਜੇਸ਼ਨਸ ਨੂੰ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜੀ ਹਾਈਬ੍ਰਿਡਾਈਜੇਸ਼ਨ ਆਪਾਂ ਸਟੱਡੀ ਕਰਾਂਗੇ ਦੈਟ ਇਜ਼ sp ਹਾਈਬ੍ਰਿਡਾਈਜੇਸ਼ਨ। ਹੁਣ sp ਹਾਈਬ੍ਰਿਡਾਈਜੇਸ਼ਨ ਜਿਵੇਂ ਕਿ ਇਹਦੇ ਨਾਮ ਤੋਂ ਹੀ ਪਤਾ ਹੈ ਇੱਕ s ਤੇ ਇੱਕ p ਆਰਬਿਟਲ ਪਾਰਟਿਸਿਪੇਟ ਕਰੇਗਾ ਹਾਈਬ੍ਰਿਡਾਈਜੇਸ਼ਨ ਦੇ ਵਿੱਚ। ਇਟ ਇਜ਼ ਅਬਜ਼ਰਵਡ ਵੈਨ one s and one p orbitals mix to form two new equivalent orbitals. The new orbitals formed are called sp hybridized orbitals। ਤਾਂ ਜਦੋਂ ਇੱਕ s ਤੇ ਇੱਕ p orbital ਮਿਕਸ ਹੋ ਕੇ ਦੋ ਨਵੇਂ ਇਕੁਇਵਲੈਂਟ orbitals ਆਪਾਂ ਨੂੰ ਦਿੰਦਾ ਤਾਂ ਜਿਹੜੇ ਨਵੇਂ orbitals ਬਣਨਗੇ that are called sp hybridized orbitals। It forms linear molecules with bond angle of 180 degree। sp ਹਾਈਬ੍ਰਿਡਾਈਜੇਸ਼ਨ ਤੋਂ ਬਾਅਦ ਜਿਹੜਾ ਮੋਲੀਕਿਊਲ ਬਣੇਗਾ that will be linear in shape ਤੇ bond angle ਇਹਦਾ 180 ਡਿਗਰੀ ਦਾ ਹੋਏਗਾ। ਐਗਜ਼ਾਮਪਲਸ ਇਹਦੇ ਵਿੱਚ ਹੈਗੀਆਂ ਨੇ BeCl2, BeF2, BeH2 ਮੋਲੀਕਿਊਲਸ। ਇਹ ਸਾਰੀਆਂ ਐਗਜ਼ਾਮਪਲਸ ਨੇ ਆਪਣੀ sp ਹਾਈਬ੍ਰਿਡਾਈਜੇਸ਼ਨ ਦੀਆਂ। Each sp hybridized orbital has equal amount of s and p character, that is 50% s and 50% p। ਹੁਣ ਕਿਉਂਕਿ ਇੱਕ s ਤੇ ਇੱਕ p ਆਰਬਿਟਲ ਕੰਬਾਈਨ ਕਰ ਰਿਹਾ ਤਾਂ ਦੋਨਾਂ ਦਾ ਇਕੁਅਲ ਇਫੈਕਟ ਹੋਏਗਾ ਹਾਈਬ੍ਰਿਡਾਈਜੇਸ਼ਨ ਜਾਂ ਹਾਈਬ੍ਰਿਡਾਈਜ਼ਡ ਆਰਬਿਟਲ ਦੇ ਵਿੱਚ। ਤਾਂ 50% s ਕਰੈਕਟਰ ਐਂਡ 50% p ਕਰੈਕਟਰ। ਹੁਣ ਆਪਾਂ ਇਹਦੀ ਐਗਜ਼ਾਮਪਲ ਦੇਖਦੇ ਹਾਂ। ਐਗਜ਼ਾਮਪਲ ਆਫ sp ਹਾਈਬ੍ਰਿਡਾਈਜ਼ਡ ਮੋਲੀਕਿਊਲ। ਤਾਂ ਇਹਦੀ ਐਗਜ਼ਾਮਪਲ ਜਿਹੜੀ ਆਪਾਂ ਲੈ ਰਹੇ ਹਾਂ ਦੈਟ ਇਜ਼ ਸ਼ੇਪ ਆਫ BeF2 ਮੋਲੀਕਿਊਲ। BeF2 ਮੋਲੀਕਿਊਲ ਦੇ ਵਿੱਚ ਜਿਹੜਾ ਸੈਂਟਰਲ ਮੈਟਲ ਐਟਮ ਹੈ ਦੈਟ ਇਜ਼ ਬੇਰੀਲੀਅਮ। ਤਾਂ ਬੇਰੀਲੀਅਮ ਦਾ ਅਟੋਮਿਕ ਨੰਬਰ ਆਪਾਂ ਨੂੰ ਪਤਾ ਹੈ 4 ਹੁੰਦਾ। ਜੇ ਆਪਾਂ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੀਏ ਦੈਟ ਵਿਲ ਬੀ 1s2 ਐਂਡ 2s2। ਹੁਣ ਜਦੋਂ BeF2 ਮੋਲੀਕਿਊਲ ਬਣਨਾ ਤਾਂ ਇੱਕ ਇਲੈਕਟ੍ਰੋਨ ਜਿਹੜਾ ਹੈਗਾ ਉਹ ਗਰਾਊਂਡ ਸਟੇਟ ਤੋਂ ਐਕਸਾਈਟਡ ਸਟੇਟ ਦੇ ਵਿੱਚ ਸ਼ਿਫਟ ਹੁੰਦਾ। ਗਰਾਊਂਡ ਸਟੇਟ ਆਪਣੇ ਕੋਲੇ ਇਹਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਜਦੋਂ ਆਪਾਂ ਲਿਖਦੇ ਹਾਂ 1s2 2s2 2p ਜਿਹੜਾ ਆਪਣੇ ਕੋਲੇ ਆਰਬਿਟਲ ਹੈ ਇਹ ਵੇਕੈਂਟ ਆਰਬਿਟਲ ਪਿਆ ਇਹਦੇ ਵਿੱਚ। ਹੁਣ ਇਹਦੀ ਜਿਹੜੀ ਐਕਸਾਈਟਡ ਸਟੇਟ ਦੀ ਜਦੋਂ ਆਪਾਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਦੇਖਦੇ ਹਾਂ ਤਾਂ ਐਕਸਾਈਟਡ ਸਟੇਟ ਦੇ ਵਿੱਚ ਇੱਕ ਇਲੈਕਟ੍ਰੋਨ s ਦੇ ਵਿੱਚੋਂ ਵੇਕੈਂਟ p ਆਰਬਿਟਲ ਦੇ ਵਿੱਚ ਜਿਹੜਾ ਹੈਗਾ ਉਹ ਜੰਪ ਕਰ ਜਾਂਦਾ ਤਾਂ ਜਿਹਦੇ ਕਰਕੇ ਹੁਣ ਆਪਣੇ ਕੋਲੇ 1s2 2s1 ਐਂਡ 2p1। ਤਾਂ p ਦੇ ਵਿੱਚ ਵੀ ਇੱਕ ਇਲੈਕਟ੍ਰੋਨ ਹੈ ਤੇ s ਦੇ ਵਿੱਚ ਵੀ ਇੱਕ ਇਲੈਕਟ੍ਰੋਨ ਹੈ। ਤਾਂ ਇੱਕ ਇੱਕ ਅਨਪੇਅਰਡ ਇਲੈਕਟ੍ਰੋਨ s ਤੇ p ਆਰਬਿਟਲ ਦੇ ਵਿੱਚ ਪਿਆ। ਹੁਣ ਇਹ s ਤੇ p ਆਰਬਿਟਲ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪਾਰਟਿਸਿਪੇਟ ਕਰਦੇ ਆ ਤੇ ਜਿਹਦੇ ਕਰਕੇ ਫਿਰ sp ਹਾਈਬ੍ਰਿਡਾਈਜੇਸ਼ਨ ਹੋ ਜਾਂਦੀ ਆ। In BeF2 molecule, beryllium atom is sp hybridized. Two hybrid orbitals are directed along a straight line with a bond angle of 180 degree. Each sp hybrid orbital overlap axially with 2p half-filled orbitals of f atom to form sigma BeF bond। ਹੁਣ ਇਹ ਆਪਾਂ ਇਹਦੀ ਸਟਰਕਚਰ ਤੋਂ ਸਮਝਦੇ ਹਾਂ। ਆਪਣਾ ਜਿਹੜਾ ਬੇਰੀਲੀਅਮ ਹੈ ਇਹਦੇ ਕਿਉਂਕਿ ਦੋ ਹਾਈਬ੍ਰਿਡਾਈਜ਼ਡ ਆਰਬਿਟਲ ਜਾਂ ਦੋ ਹਾਈਬ੍ਰਿਡ ਆਰਬਿਟਲ ਆਪਣੇ ਕੋਲੇ ਬਣੇ ਸੀਗੇ ਤਾਂ ਆਹ ਦੋ ਹਾਈਬ੍ਰਿਡ ਆਰਬਿਟਲ ਕਾਹਦੇ ਹੋ ਗਏ ਬੇਰੀਲੀਅਮ ਦੇ। ਜਿਹੜਾ ਆਪਣਾ f ਹੈ ਇਹਦਾ ਜਿਹੜਾ ਹੈਗਾ ਇੱਕ ਇੱਕ ਆਰਬਿਟਲ ਇਸ ਦੋ ਹਾਈਬ੍ਰਿਡ ਆਰਬਿਟਲਸ ਦੇ ਨਾਲ ਇਹ ਕੰਬਾਈਨ ਕਰੇਗਾ। ਇੱਥੇ ਹੈਡ ਔਨ ਓਵਰਲੈਪਿੰਗ ਹੁੰਦੀ ਹੈ ਬੇਰੀਲੀਅਮ ਦੇ ਹਾਈਬ੍ਰਿਡਾਈਜ਼ਡ ਆਰਬਿਟਲਸ ਤੇ ਫਲੋਰੀਨ ਦੇ ਵੇਕੈਂਟ ਆਰਬਿਟਲ ਦੇ ਨਾਲ
ਉੱਤੇ ਸਿਗਮਾ ਬੌਂਡ ਦੀ ਫਾਰਮੇਸ਼ਨ ਹੁੰਦੀ। ਤਾਂ ਜਦੋਂ ਵੀ ਹੈਡ ਔਨ ਓਵਰਲੈਪਿੰਗ ਹੋਏਗੀ ਤਾਂ ਸਿਗਮਾ ਬੌਂਡ ਦੀ ਫਾਰਮੇਸ਼ਨ ਹੋਏਗੀ। ਤਾਂ ਬੇਰੀਲੀਅਮ ਤੇ ਫਲੋਰੀਨ ਦੋਨਾਂ ਦੇ ਵਿੱਚ ਜਿਹੜਾ ਬੌਂਡ ਐਂਗਲ ਹੈ ਦੈਟ ਇਜ਼ ਆਫ 180 ਡਿਗਰੀ। ਤਾਂ ਮੋਲੀਕਿਊਲ ਜਿਹੜਾ ਆਪਣਾ ਬਣ ਰਿਹਾ ਦੈਟ ਇਜ਼ ਲੀਨੀਅਰ ਇਨ ਸ਼ੇਪ। ਨੈਕਸਟ ਆਪਣੇ ਕੋਲੇ ਹੈਗੀ ਹੈ sp2 ਹਾਈਬ੍ਰਿਡਾਈਜੇਸ਼ਨ। ਹੁਣ sp2 ਹਾਈਬ੍ਰਿਡਾਈਜੇਸ਼ਨ ਦੇ ਵਿੱਚ ਜਿਵੇਂ ਨਾਮ ਤੋਂ ਹੀ ਪਤਾ ਲੱਗਦਾ ਇੱਕ s ਤੇ 2 p orbital ਪਾਰਟਿਸਿਪੇਟ ਕਰਨਗੇ। ਇਟ ਇਜ਼ observed when 1s and 2p orbitals mix to form 3 new equivalent orbitals. The new orbital formed are called sp2 hybridized orbitals। ਤਾਂ ਜਦੋਂ ਇੱਕ s ਤੇ 2 p orbital ਮਿਕਸ ਹੁੰਦੇ ਨੇ, 3 ਨਵੇਂ ਇਕੁਇਵਲੈਂਟ orbitals ਬਣਦੇ ਨੇ, ਤਾਂ ਜਿਹੜੇ ਆਪਣੇ ਇਹ ਨਵੇਂ orbitals ਬਣ ਗਏ ਇਹਨਾਂ ਨੂੰ ਆਪਾਂ sp2 hybridized orbital ਕਹਾਂਗੇ। ਇਟ ਫੋਰਮਸ ਟਰਾਇਗਨਲ ਪਲੇਨਰ ਮੋਲੀਕਿਊਲ। ਕਿਉਂਕਿ 3 ਔਰਬਿਟਲ ਨੇ ਇਹ ਆਪਣੇ ਆਪ ਨੂੰ ਸਟੇਬਲ ਕੌਨਫੀਗਰੇਸ਼ਨ ਦੇਣ ਦੇ ਲਈ ਇਸ ਤਰ੍ਹਾਂ ਸੈੱਟ ਹੁੰਦੇ ਹੈ, ਤਾਂ ਜਿਹੜੀ ਜਿਓਮੈਟਰੀ ਬਣਦੀ ਹੈ ਦੈਟ ਇਜ਼ ਟਰਾਇਗਨਲ ਇਨ ਸ਼ੇਪ। ਐਗਜ਼ਾਮਪਲਸ ਇਹਦੀਆਂ ਹੈਗੀਆਂ ਨੇ BF3 ਐਂਡ BH3 molecules. Each sp2 hybridized orbital has 3.3% s and 66.7% p ਕਰੈਕਟਰ। ਕਿਉਂਕਿ 3 orbitals ਨੇ ਤਾਂ ਤਿੰਨਾਂ orbitals ਦਾ ਇਕੁਅਲ ਇਫੈਕਟ ਜੇ ਆਪਾਂ ਪਾਉਣੇ ਆ, ਇੱਕ s ਹੈ 2 p ਨੇ, ਇੱਕ s ਦੇ ਲਈ ਆਪਣੇ ਕੋਲੇ 33.3% ਕਰੈਕਟਰ ਹੋ ਗਿਆ ਤੇ 2 p orbitals ਜਿਹੜੇ ਹੈਗੇ ਨੇ ਦੋਨੋਂ ਜਦੋਂ ਇਫੈਕਟ ਦੇਣਗੇ ਤਾਂ 66.7% p ਕਰੈਕਟਰ ਹੋ ਗਿਆ। ਤਾਂ ਇਹ ਆਪਣੇ ਕੋਲੇ sp2 ਹਾਈਬ੍ਰਿਡਾਈਜੇਸ਼ਨ ਹੋ ਗਈ। ਹੁਣ ਇਹਦੀ ਆਪਾਂ ਐਗਜ਼ਾਮਪਲ ਕਰਦੇ ਹਾਂ sp2 ਹਾਈਬ੍ਰਿਡਾਈਜੇਸ਼ਨ ਦੀ। ਐਗਜ਼ਾਮਪਲ ਆਪਣੇ ਕੋਲੇ ਹੈਗੀ ਹੈ ਸ਼ੇਪ ਆਫ BCl3 ਮੋਲੀਕਿਊਲ। ਦਾ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆਫ ਬੋਰੋਨ। ਬੋਰੋਨ ਦਾ ਕਿਉਂਕਿ ਐਟੋਮਿਕ ਨੰਬਰ 5 ਹੁੰਦਾ ਤਾਂ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਇਜ਼ 1s2 2s2 2p1। यानी कि ਇਹਦਾ ਜਿਹੜਾ ਵੈਲੈਂਸ ਸ਼ੈਲ ਹੈ ਸੈਕਿੰਡ ਉਹਦੇ ਵਿੱਚ 2s2 ਐਂਡ 2p1 ਦੋ ਆਰਬਿਟਲਸ ਆਪਣੇ ਕੋਲੇ ਪ੍ਰੈਜ਼ੈਂਟ ਨੇ। To form BCl3 molecule, an electron gets promoted from filled 2s orbital to vacant 2p orbital। ਤਾਂ ਜਦੋਂ ਇਹਦੇ ਵਿੱਚ ਮੋਲੀਕਿਊਲ ਦੀ ਫਾਰਮੇਸ਼ਨ ਹੁੰਦੀ ਹੈ, ਹਾਈਬ੍ਰਿਡਾਈਜੇਸ਼ਨ ਹੁੰਦੀ ਹੈ, ਤਾਂ ਆਪਣਾ ਜਿਹੜਾ 2s orbital ਦੇ ਵਿੱਚੋਂ ਇੱਕ ਇਲੈਕਟ੍ਰੋਨ ਜਿਹੜਾ ਹੈਗਾ ਉਹ ਜੰਪ ਕਰਦਾ ਕਾਹਦੇ ਵਿੱਚ 2p orbital ਦੇ ਵਿੱਚ। ਤਾਂ ਇਹ ਗਰਾਊਂਡ ਸਟੇਟ ਆਪਣੀ ਐਕਸਾਈਟਡ ਸਟੇਟ ਦੀ ਫਿਰ ਆਪਣੇ 2s ਦੇ ਵਿੱਚ ਵੀ ਇੱਕ ਇਲੈਕਟ੍ਰੋਨ ਰਹਿ ਗਿਆ ਤੇ 2p ਦੇ ਜਿਹੜੇ ਦੋ ਆਰਬਿਟਲਸ ਨੇ ਦੋਨਾਂ ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਹੋ ਗਿਆ। ਤਾਂ ਹੁਣ ਆਪਣੇ ਕੋਲੇ ਇੱਕ s ਤੇ 2p ਆਰਬਿਟਲ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪਾਰਟੀਸਿਪੇਟ ਕਰਨਗੇ, ਜਿਹਦੇ ਕਰਕੇ ਹਾਈਬ੍ਰਿਡਾਈਜੇਸ਼ਨ ਹੋ ਗਈ ਆਪਣੀ sp2 ਹਾਈਬ੍ਰਿਡਾਈਜੇਸ਼ਨ। ਤਾਂ ਆਪਣੇ ਕੋਲੇ in BCl3 molecule boron atom is sp2 hybridized। 3 hybrid orbitals are directed along a trigonal planar arrangement। एक trigonal planar arrangement बनेगी with a bond angle equal to 120 degree। Each of these sp2 hybrid orbitals overlap with 2p half filled orbitals of chlorine atom to form 3 sigma BCl bonds। CBCl bond angle is 120 degree। ਤਾਂ ਹੁਣ ਜਦੋਂ ਆਪਾਂ ਇਹਨੂੰ ਇਹਦੀ ਸਟਰਕਚਰ ਤੋਂ ਸਮਝਦੇ ਹਾਂ ਤਾਂ ਇਹਦੇ ਵਿੱਚ ਆਪਣੇ ਕੋਲੇ ਸੈਂਟਰਲ ਐਟਮ ਜਿਹੜਾ ਹੈਗਾ ਬੋਰੋਨ, ਇਹਦੇ 3 ਹਾਈਬ੍ਰਿਡ ਆਰਬਿਟਲਸ ਹੋ ਗਏ 1 2 ਤੇ 3। ਇਹ ਤਿੰਨੇ ਹਾਈਬ੍ਰਿਡ ਆਰਬਿਟਲ ਕਲੋਰੀਨ ਦੇ ਹਾਫ ਫਿਲਡ ਆਰਬਿਟਲ ਦੇ ਨਾਲ ਕੰਬਾਈਨ ਕਰਨਗੇ। ਹੈਡ ਔਨ ਓਵਰਲੈਪਿੰਗ ਹੋ ਰਹੀ ਹੈ ਇੱਥੇ, ਤਾਂ ਇਹਦੀ ਆਪਣੇ ਕੋਲੇ 3 ਸਿਗਮਾ ਬੌਂਡ ਦੀ ਫਾਰਮੇਸ਼ਨ ਹੋ ਰਹੀ ਹੈ। ਤਾਂ BCl 3 ਸਿਗਮਾ BCl ਬੌਂਡਸ ਆਪਣੇ ਕੋਲੇ ਇੱਥੇ ਬਣਨਗੇ। ਤਾਂ ਹਰੇਕ ਜਿਹੜਾ ਆਪਣੇ ਕੋਲੇ
ਬੋਰੋਨ ਤੇ ਕਲੋਰੀਨ ਹੈ, ਇਹਨਾਂ ਦੇ ਵਿੱਚ ਜਿਹੜੇ ਆ ਤਿੰਨੇ ਬੌਂਡ ਐਂਗਲ ਨੇ, ਈਚ ਬੌਂਡ ਐਂਗਲ ਇਜ਼ ਆਫ 120 ਡਿਗਰੀ। ਤੇ ਆਪਣੇ ਕੋਲ ਜਿਹੜੀ ਸਟਰਕਚਰ ਹੈ ਇੱਕ ਟਰਾਇੰਗਲ ਸ਼ੇਪ ਦੀ ਸਟਰਕਚਰ ਬਣਦੀ ਹੈ, ਇਸ ਲਈ ਆਪਾਂ ਇਹਨੂੰ ਪਲੇਨਰ ਸਟਰਕਚਰ ਬੋਲਦੇ ਹਾਂ, ਟਰਾਇੰਗਲਰ ਪਲੇਨਰ ਸਟਰਕਚਰ। ਓਕੇ ਜੀ, ਤਾਂ ਇਹ ਆਪਣੇ ਕੋਲ ਹੋ ਗਈ sp2 ਹਾਈਬ੍ਰਿਡਾਈਜੇਸ਼ਨ। ਨੈਕਸਟ ਆਪਣੇ ਕੋਲ ਹੈਗੀ ਹੈ sp3 ਹਾਈਬ੍ਰਿਡਾਈਜੇਸ਼ਨ। sp3 ਹਾਈਬ੍ਰਿਡਾਈਜੇਸ਼ਨ ਦੇ ਵਿੱਚ ਆਪਾਂ ਦੇਖੋ ਕੀ ਲਿਖਿਆ ਹੋਇਆ, ਇਟ ਇਜ਼ ਅਬਜ਼ਰਵਡ ਵੈਨ 1s and 3p orbitals mix to form 4 new equivalent orbitals. The new orbitals formed are called sp3 hybridized orbital। ਤਾਂ ਹੁਣ sp3 ਹਾਈਬ੍ਰਿਡਾਈਜੇਸ਼ਨ ਦੇ ਵਿੱਚ ਕੀ ਹੈ, ਇੱਕ s ਤੇ 3p orbitals ਪਾਰਟੀਸਪੇਟ ਕਰਨਗੇ, 4 ਨਵੇਂ ਇਕੁਇਵਲੈਂਟ orbitals ਆਪਾਂ ਨੂੰ ਮਿਲਣਗੇ ਤੇ ਇਹ ਜਿਹੜੇ orbitals ਹੋਣਗੇ these are called sp3 hybridized orbitals। ਕਿਉਂਕਿ 4 orbitals ਨੇ ਇਸ ਲਈ ਟੈਟਰਾਹੈਡਰਲ ਮੋਲੀਕਿਊਲ ਬਣਦੇ ਨੇ, ਇਟ ਫਾਰਮਸ ਟੈਟਰਾਹੈਡਰਲ ਮੋਲੀਕਿਊਲਸ। ਐਗਜ਼ਾਮਪਲਸ ਜਿਹੜੀਆਂ ਹੈਗੀਆਂ ਨੇ C2H6 CH4 NH3 ਮੋਲੀਕਿਊਲਸ, ਇਹ sp3 ਹਾਈਬ੍ਰਿਡਾਈਜੇਸ਼ਨ ਦੀਆਂ ਐਗਜ਼ਾਮਪਲਸ। Each sp3 hybridized orbital has 25% s character and 75% p character। ਹੁਣ ਕਿਉਂਕਿ ਆਪਣੇ ਕੋਲੇ s ਤੇ p ਜਿਹੜੇ ਹੈਗੇ ਨੇ, ਇੱਕ s ਤੇ 3p orbital, ਟੋਟਲ 4 orbitals ਨੇ, ਤਾਂ ਚਾਰਾਂ ਦਾ ਜਦੋਂ ਆਪਾਂ ਕਰੈਕਟਰ ਵੇਖਦੇ ਹਾਂ, ਕਿਉਂਕਿ ਇੱਕ s ਹੈ ਇਸ ਲਈ 25% ਹੋ ਗਿਆ, 3p ਨੇ ਇਸ ਲਈ ਤਿੰਨਾਂ ਦਾ ਹਿੱਸਾ 75% p ਕਰੈਕਟਰ ਹੋ ਗਿਆ ਆਪਣੇ ਇਸ ਹਾਈਬ੍ਰਿਡਾਈਜੇਸ਼ਨ ਦੇ ਵਿੱਚ। ਅੱਗੇ ਆਪਾਂ ਇਹਦੀ ਐਗਜ਼ਾਮਪਲ ਕਰਦੇ ਹਾਂ। ਐਗਜ਼ਾਮਪਲ ਆਫ sp3 ਹਾਈਬ੍ਰਿਡਾਈਜ਼ਡ ਮੋਲੀਕਿਊਲ, ਇਹਦੀ ਐਗਜ਼ਾਮਪਲ ਹੈਗੀ ਆ ਸ਼ੇਪ ਆਫ CH4 ਮੋਲੀਕਿਊਲ। CH4 ਦੇ ਵਿੱਚ ਜਿਹੜੀ ਆਪਣੇ ਕੋਲ ਸੈਂਟਰਲ ਐਟਮ ਆਪਾਂ ਲੈ ਰਹੇ ਹਾਂ ਦੈਟ ਇਜ਼ ਕਾਰਬਨ। ਦਾ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆਫ ਸੈਂਟਰਲ ਐਟਮ ਕਾਰਬਨ, ਕਿਉਂਕਿ ਇਹਦਾ ਅਟੋਮਿਕ ਨੰਬਰ 6 ਹੈ, ਤਾਂ ਇਹਦੀ ਆਪਣੇ ਕੋਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਬਣੇਗੀ 1s2 2s2 2p2। ਤਾਂ ਇਹਦੇ ਵੇਲੈਂਸ ਸ਼ੈਲ ਯਾਨੀ ਕਿ ਸੈਕਿੰਡ ਸ਼ੈਲ ਦੇ ਵਿੱਚ 2 orbitals ਹੋ ਗਏ ਵਿਦ 2s2 and 2p2 electronic configuration। To form CH4 molecule, an electron gets promoted from filled 2s orbital to vacant 2p orbital, therefore the excited configuration of carbon atom। ਹੁਣ ਆਪਣੇ ਕੋਲੇ ਦੇਖੋ ਗਰਾਊਂਡ ਸਟੇਟ ਦੇ ਵਿੱਚ ਇੱਕ 2s ਦੇ ਵਿੱਚੋਂ ਇੱਕ ਇਲੈਕਟ੍ਰੋਨ ਜੰਪ ਕਰਕੇ 2p ਦੇ ਵਿੱਚ ਚਲਾ ਜਾਂਦਾ, ਤਾਂ ਐਕਸਾਈਟਡ ਸਟੇਟ ਦੇ ਵਿੱਚ ਜਿਹੜੀ ਆਪਣੇ ਕੋਲੇ ਬਣਦੀ ਹੈ ਇਲੈਕਟ੍ਰੋਨਿਕ ਕੌਨਫੀਗਰੇਸ਼ਨ, ਉਹਦੇ ਵਿੱਚ 2s ਦੇ ਵਿੱਚ ਇੱਕ ਇਲੈਕਟ੍ਰੋਨ ਤੇ 2p ਦੇ ਵਿੱਚ ਤਿੰਨੋਂ orbitals ਦੇ ਵਿੱਚ ਇੱਕ ਇੱਕ ਇਲੈਕਟ੍ਰੋਨ ਪ੍ਰੈਜ਼ੈਂਟ ਹੈ, ਤਾਂ ਆਪਣੇ ਕੋਲੇ ਇੱਕ s ਤੇ 3p orbitals ਹੋ ਗਏ ਜਿਹੜੇ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ ਨੇ, ਇਸ ਲਈ ਆਪਾਂ ਇਹਨੂੰ ਬੋਲਦੇ ਹਾਂ sp3 ਹਾਈਬ੍ਰਿਡਾਈਜੇਸ਼ਨ। ਤਾਂ ਹੁਣ ਆਪਣੇ ਕੋਲੇ ਇਨ CH4 ਕਾਰਬਨ ਐਟਮ ਇਜ਼ sp3 ਹਾਈਬ੍ਰਿਡਾਈਜ਼ਡ, that is 4 hybrid orbitals are oriented in tetrahedral arrangement। ਹੁਣ ਕਿਉਂਕਿ 4 orbitals ਨੇ ਉਹ ਆਪਣੇ ਆਪ ਨੂੰ tetrahedral arrangement ਦੇ ਵਿੱਚ ਸੈੱਟ ਕਰਨਗੇ। Each of these sp3 hybrid orbitals overlap with 1s half filled orbital of hydrogen atom। ਕਿਉਂਕਿ CH4 ਹੈ, ਹਾਈਡਰੋਜਨ ਨੇ ਕੰਬਾਈਨ ਕਰਨਾ, ਤਾਂ ਆਪਣੇ ਕੋਲੇ 4 ਹਾਈਡਰੋਜਨ ਦੇ 1s ਹਾਫ ਫਿਲਡ orbitals ਕੰਬਾਈਨ ਕਰਨਗੇ ਤੇ ਉਹ ਸਿਗਮਾ ਬੌਂਡ ਬਣਾਉਣਗੇ ਕਾਰਬਨ ਦੇ ਹਾਈਬ੍ਰਿਡਾਈਜ਼ਡ orbitals ਦੇ ਨਾਲ, CH ਬੌਂਡ ਦੀ ਫਾਰਮੇਸ਼ਨ ਹੋਏਗੀ। HCH ਬੌਂਡ ਐਂਗਲ ਇਜ਼ 109.28 ਡਿਗਰੀ। ਤਾਂ ਆਪਣੇ ਕੋਲੇ ਜੇ ਹੁਣ ਆਪਾਂ ਇਹਦੀ ਸ਼ੇਪ ਲੈਂਦੇ ਹਾਂ ਤਾਂ ਸ਼ੇਪ ਦੇ ਵਿੱਚ ਦੇਖੋ ਸੈਂਟਰ ਦੇ ਵਿੱਚ ਆਪਣੇ ਕੋਲੇ ਇੱਥੇ ਕਾਰਬਨ ਬਣਿਆ ਹੋਇਆ, ਠੀਕ ਹੈ ਜੀ। ਕਾਰਬਨ ਦੇ ਆਪਣੇ ਕੋਲੇ 4 ਜਿਹੜੇ ਹੈਗੇ ਨੇ ਉਹ ਹਾਈਬ੍ਰਿਡਾਈਜ਼ਡ orbitals ਹੋ ਗਏ। ਇਹ ਚਾਰੇ ਹਾਈਬ੍ਰਿਡਾਈਜ਼ਡ orbitals ਹਾਈਡਰੋਜਨ ਦੇ 1s orbital ਦੇ ਨਾਲ ਕੰਬਾਈਨ ਕਰਨਗੇ, ਤਾਂ ਆਪਣੇ ਕੋਲੇ ਇੱਥੇ ਕਿਉਂਕਿ ਹੈਡ ਔਨ ਓਵਰਲੈਪਿੰਗ ਹੋ ਰਹੀ ਹੈ ਚਾਰਾਂ ਦੀ, ਤਾਂ 4 ਸਿਗਮਾ ਬੌਂਡ ਦੀ ਫਾਰਮੇਸ਼ਨ ਹੋ ਗਈ ਆਪਣੇ ਕੋਲੇ ਇੱਥੇ।
ठीक है जी। तो इसलिए फिर अपने कोले सेंटर दे विच जिहड़ा कार्बन है उहदे नाल जिहड़े 4 हाइड्रोजन लगे हुए ने ये अपने आप नूं इस तरह सैट करते हैं तो जिहड़ी ये स्ट्रक्चर बनती है दैट इज़ टैट्राहेड्रल स्ट्रक्चर। हरेक जिहड़ा बॉन्ड एंगल है दैट इज़ 109.28 डिग्री का जिहड़ा हैगा अपने कोले बॉन्ड एंगल इत्थे बनता है। तो ये सीगियां अपनियां 3 टाइप दियां हाइब्रिडाइजेशनस sp hybridization, sp2 hybridization and sp3 hybridization। ਹੁਣ ਇਹ ਮੈਂ ਤੁਹਾਨੂੰ ਕਿਹਾ ਸੀ ਵੀ ਜਦੋਂ s ਤੇ p ऑर्बिटल ਕੰਬਾਈਨ ਕਰਨਗੇ ਤਾਂ ਮੇਨਲੀ ਇਹ 3 ਟਾਈਪ ਦੀਆਂ ਹਾਈਬ੍ਰਿਡਾਈਜੇਸ਼ਨਸ ਆਪਣੇ ਕੋਲੇ ਬਣਨਗੀਆਂ। ਇਹੀ ਜੇ ਆਪਣੇ ਕੋਲੇ ਇਹਨਾਂ ਤੋਂ ਬਿਨਾ d ऑर्बिटल ਕੰਬਾਈਨ ਕਰਦਾ ਜਾਂ f ऑर्बिटल ਹਾਈਬ੍ਰਿਡਾਈਜੇਸ਼ਨ ਦੇ ਵਿੱਚ ਪਾਰਟਿਸਿਪੇਟ ਕਰਦਾ ਤਾਂ ਇਹਨਾਂ ਤੋਂ ਬਿਨਾ ਹੋਰ ਵੀ ਆਪਣੇ ਕੋਲੇ ਹਾਈਬ੍ਰਿਡਾਈਜੇਸ਼ਨ ਬਣ ਸਕਦੀਆਂ ਨੇ। ਤਾਂ ਆਪਣੇ ਕੋਲੇ ਇੱਥੇ ਤੁਸੀਂ ਇੱਕ ਚਾਰਟ ਦੀ ਮਦਦ ਦੇ ਨਾਲ ਇਹ ਦੇਖ ਸਕਦੇ ਹੋ ਜਿਵੇਂ ਇਹਦੇ ਵਿੱਚ ਦਿੱਤਾ ਹੋਇਆ ਵੀ ਜੇ ਇੱਕ s ਤੇ ਇੱਕ p ऑर्बिटल ਹੀ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਕੰਬਾਈਨ ਕਰ ਰਿਹਾ ਤਾਂ ਆਪਣੇ ਕੋਲੇ ਲੀਨੀਅਰ ਸ਼ੇਪ ਬਣਦੀ ਹੈ। ਬੌਂਡ ਐਂਗਲ 180 ਡਿਗਰੀ ਦਾ। ਐਗਜ਼ਾਮਪਲਸ ਉਹਦੇ ਵਿੱਚ ਹੈਗੀਆਂ ਨੇ BeH2, HgCl2, BeCl2, ZnCl2 ਐਂਡ C2H2। ਇਸੇ ਤਰ੍ਹਾਂ sp2 ਹਾਈਬ੍ਰਿਡਾਈਜੇਸ਼ਨ ਇਹਦੇ ਵਿੱਚ ਇੱਕ s ਤੇ 2 p ऑर्बिटल ਕੰਬਾਈਨ ਕਰ ਰਹੇ ਨੇ ਆਪਣੇ ਕੋਲੇ ਟ੍ਰਾਇਗਨਲ ਪਲੇਨਰ ਸਟਰਕਚਰ ਬਣਦੀ ਹੈ। ਬੌਂਡ ਐਂਗਲ 120 ਡਿਗਰੀ ਦਾ। ਇਹਦੀਆਂ ਐਗਜ਼ਾਮਪਲਸ BF3, BCl3, AlCl3, C2H4, CO3 2 ਨੈਗੇਟਿਵ ਐਂਡ NO3 ਨੈਗੇਟਿਵ। ਇਹ ਜਿਹੜੀਆਂ ਹੈਗੀਆਂ ਨੇ ਆਪਣੀਆਂ ਐਗਜ਼ਾਮਪਲਸ ਨੇ sp2 ਹਾਈਬ੍ਰਿਡਾਈਜੇਸ਼ਨ ਦੀਆਂ। ਹੁਣ ਜੇ ਆਪਣੇ ਕੋਲੇ एक s ਤੇ 3 p ऑर्बिटल्स ਕੰਬਾਈਨ ਕਰ ਰਹੇ ਨੇ ਤਾਂ ਹਾਈਬ੍ਰਿਡਾਈਜੇਸ਼ਨ ਬਣੇਗੀ sp3 ਹਾਈਬ੍ਰਿਡਾਈਜੇਸ਼ਨ। ਸਟਰਕਚਰ ਆਪਣੇ ਕੋਲੇ ਬਣੇਗੀ ਟੈਟਰਾਹੈਡਰਲ ਸਟਰਕਚਰ। ਬੌਂਡ ਐਂਗਲ ਜੋ ਹੈਗਾ ਉਹ 109.5 ਜਾਂ ਕਈ ਬੁੱਕਸ ਦੇ ਵਿੱਚ 109.28 ਲਿਖਿਆ ਹੁੰਦਾ ਤਾਂ ਇਹ ਆਪਣੇ ਕੋਲੇ ਬੌਂਡ ਐਂਗਲ ਬਣਦਾ। ਐਗਜ਼ਾਮਪਲਸ ਇਹਦੀਆਂ ਹੈਗੀਆਂ ਨੇ CH4, SnCl4, SiCl4, SiF4, NH4 ਪੋਜ਼ਿਟਿਵ, ClO4 ਨੈਗੇਟਿਵ। ਓਕੇ ਜੀ। ਇਸੇ ਤਰ੍ਹਾਂ ਜੇ ਆਪਣੇ ਕੋਲੇ ਇੱਕ D, ਇੱਕ S ਤੇ 2 p ऑर्बिटल्स ਕੰਬਾਈਨ ਕਰਦੇ ਨੇ। ਹੁਣ ਇੱਥੇ ਜੇ d ऑर्बिटल ਆਪਣਾ dx² - y² ਹੈ ਤਾਂ ਇਸ ਹਾਈਬ੍ਰਿਡਾਈਜੇਸ਼ਨ ਨੂੰ ਆਪਾਂ ਬੋਲਦੇ ਹਾਂ dsp2 ਹਾਈਬ੍ਰਿਡਾਈਜੇਸ਼ਨ। ਇਹਦੇ ਲਈ ਜਿਹੜੀ ਸਟਰਕਚਰ ਬਣੇਗੀ that will be square planar। each angle of the square planar structure will be of 90 degree। ਐਗਜ਼ਾਮਪਲ ਇਹਦੇ ਵਿੱਚ ਆਪਣੇ ਕੋਲੇ ਕੋਆਰਡੀਨੇਸ਼ਨ ਕੰਪਾਊਂਡਸ ਜਾਂ ਕੋਆਰਡੀਨੇਸ਼ਨ ਕੰਪਲੈਕਸਸ ਦੇ ਵਿੱਚ ਇਹ ਵਾਲੀ ਹਾਈਬ੍ਰਿਡਾਈਜੇਸ਼ਨ ਆਪਾਂ ਨੂੰ ਮਿਲਦੀ ਹੈ। ਨਿਕਲ ਸਾਇਨਾਈਡ 4 2 ਨੈਗੇਟਿਵ, ਪਲੈਟੀਨਮ Cl4 2 ਨੈਗੇਟਿਵ। ਇਹਦੀਆਂ ਐਗਜ਼ਾਮਪਲਸ ਨੇ ਆਪਣੇ ਕੋਲੇ। ਇਸੇ ਤਰ੍ਹਾਂ ਆਪਣੇ ਕੋਲੇ ਹੁਣ ਇੱਕ s 3 p ਤੇ ਇੱਕ d ऑर्बिटल ਜੇ ਕੰਬਾਈਨ ਹੋ ਰਿਹਾ ਤਾਂ ਹਾਈਬ੍ਰਿਡਾਈਜੇਸ਼ਨ ਆਪਣੇ ਕੋਲੇ sp3d ਹਾਈਬ੍ਰਿਡਾਈਜੇਸ਼ਨ ਹੈ। d ऑर्बिटल ਇੱਥੇ dz² ਜਿਹੜਾ ਹੈਗਾ ਉਹ ਆਪਾਂ ਯੂਜ਼ ਕਰ ਰਹੇ ਹਾਂ। ਸਟਰਕਚਰ ਬਣੇਗੀ ਇਹ ਟ੍ਰਾਇਗਨਲ ਬਾਏ ਪਿਰਾਮਿਡਲ। ਬੌਂਡ ਐਂਗਲ ਜਿਹੜੇ ਆਪਣੇ ਕੋਲੇ ਟ੍ਰਾਇੰਗਲ ਵਾਲੇ ਬੌਂਡ ਐਂਗਲਸ ਨੇ ਆਹ ਵਾਲੇ ਇਹ 120 ਦੇ ਹੋਣਗੇ। ਇਸ ਤੋਂ ਬਿਨਾ ਜਿਹੜੇ ਆਪਣੇ ਕੋਲੇ ਆਹ 2 ਬੌਂਡ ਐਂਗਲਸ ਨੇ ਦੀਜ਼ ਵਿਲ ਬੀ ਆਫ 90 ਡਿਗਰੀ। ਠੀਕ ਹੈ ਜੀ। ਤਾਂ 2 ਤਰ੍ਹਾਂ ਦੇ ਆਪਣੇ ਕੋਲੇ ਇੱਥੇ ਬੌਂਡਸ ਬਣਦੇ ਨੇ 90 ਐਂਡ 120 ਡਿਗਰੀ। ਤਾਂ ਆਪਣੇ ਕੋਲੇ ਐਗਜ਼ਾਮਪਲਸ ਇਹਦੀਆਂ ਹੈਗੀਆਂ ਨੇ PF5 ਐਂਡ PCl5। ਇਸ ਤੋਂ ਬਾਅਦ ਆਪਣੇ ਕੋਲੇ ਹੈਗੀ ਹੈ dsp3 ਹਾਈਬ੍ਰਿਡਾਈਜੇਸ਼ਨ। ਇਹਦੇ ਵਿੱਚ ਆਪਣੇ ਕੋਲੇ ਫਿਰ d ऑर्बिटल ਜਿਹੜਾ ਹੈਗਾ ਦੈਟ ਇਜ਼ dz²। ਇਹਦੇ ਵਿੱਚ ds ਤੇ 3 p ऑर्बिटल्स ਕੰਬਾਈਨ ਹੋਣਗੇ। ਸਕੁਆਇਰ ਪਿਰਾਮਿਡਲ ਸਟਰਕਚਰ ਇਹਦੇ ਵਿੱਚ ਬਣ ਰਹੀ ਹੈ ਆਪਣੇ ਕੋਲੇ BrF5 XeOF4। ਇਹਦੀਆਂ ਐਗਜ਼ਾਮਪਲਸ ਨੇ। ਸਾਰੇ ਜਿਹੜੇ ਐਂਗਲ ਨੇ ਉਹ 90 ਡਿਗਰੀ ਦੇ। ਇਸੇ ਤਰ੍ਹਾਂ ਆਪਣੇ ਕੋਲੇ
एग्जाम्पल अगली जी हाइब्रिडाइजेशन है दैट इज़ sp3d2 हाइब्रिडाइजेशन या आपां d2 sp3 हाइब्रिडाइजेशन भी बोलते हैं। डी ऑर्बिटल्स ये dx² - y² एंड dz स्क्वायर्स ने तो अपने को यानी कि 1s 3p तो 2d या फिर 2d 1s ते 3p ऑर्बिटल्स कंबाइन करनगे ऑक्टाहेड्रल स्ट्रक्चर बनेगी। हरेक एंगल जिहड़ा हैगा वो 90 डिग्री का। एग्जाम्पल SF6 CrF6 नेगेटिव या CONH3 होल 4 3 पॉजिटिव। लास्ट जी अपनी हाइब्रिडाइजेशन है दैट इज़ sp3d3 हाइब्रिडाइजेशन dxy dyz एंड dzx ऑर्बिटल्स ये कंबाइन होणगे अपने को 1s 3p ते 3d ऑर्बिटल्स ये पार्टिसिपेट कर रहे हैं तो अपने को टोटल जोड़े है वो 7 ऑर्बिटल हो गए। जी स्ट्रक्चर बनेगी दैट विल बी पेंटागनल बाय पिरामिडल। बॉन्ड एंगल्स 90 डिग्री एंड 72 डिग्री। ਜਿਹੜੇ ਆਪਣੇ ਕੋਲੇ ਬਾਏ ਪਿਰਾਮਿਡਲ ਵਾਲੇ ਇਹ ਦੋ ਆ ਰਹੇ ਨੇ ਇਹਨਾਂ ਦੇ ਵਿੱਚ 90 डिग्री। अदरवाइज ਜਿਹੜੇ ਆਪਣੇ ਪੈਂਟਾਗਨਲ ਦੇ ਐਂਗਲਸ ਨੇ these all are of 72 डिग्री। ਇਹਦੀ ਐਗਜ਼ਾਮਪਲ ਜਿਹੜੀ ਹੈਗੀ ਆ that is IF7। ਤਾਂ ਇਸ ਤਰ੍ਹਾਂ ਕਰਕੇ ਆਪਣੇ ਕੋਲੇ ਬਹੁਤ ਸਾਰੀਆਂ ਹੋਰ ਹਾਈਬ੍ਰਿਡਾਈਜੇਸ਼ਨ ਵੀ ਹੈਗੀਆਂ ਨੇ ਜਿਹੜੀਆਂ ਆਪਾਂ ਐਕਸਪਲੇਨ ਕਰ ਸਕਦੇ ਹਾਂ। उम्मीद है तुहानूं यह हाइब्रिडाइजेशन का टॉपिक बहुत चंगी तरह समझ आ गया होवेगा। सारियां स्ट्रक्चर्स तुहानूं चंगी तरह पता लग गई होणगियां। तो इस टॉपिक दे विच मेनली आपां SP SP2 एंड SP3 हाइब्रिडाइजेशन नूं एक्सप्लेन कीता ते उन्हां दियां एग्जाम्पल्स नूं एक्सप्लेन करन दी कोशिश की गई है। उम्मीद है तुहाडे लई यह वीडियो बहुत मददगार साबित होवेगी। तुहाडा सारियां दा बहुत बहुत धन्यवाद।